ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪ੍ਰਸ਼ਾਂਤ ਭੂਸ਼ਣ ਖਿਲਾਫ ਸੁਪਰੀਮ ਕੋਰਟ ਦੇ ਫੈਸਲੇ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਮੁੱਦੇ ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਆਤਿਸ਼। ਹਮੀਰ ਜੀ, 15 ਅਗਸਤ ਤੋਂ ਬਾਅਦ ਜਿਹੜਾ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਵੱਲੋਂ ਅਦਾਲਤੀ ਮਾਨਹਾਨੀ ਦਾ ਦੋਸ਼ੀ ਕਰਾਰ ਦਿੱਤੇ ਦਾ ਜਿਹੜਾ ਮਾਮਲਾ ਹੈਗਾ ਉਹ ਚਰਚਾ ਦਾ ਕੇਂਦਰੀ ਬਿੰਦੂ ਬਣਿਆ ਹੋਇਆ। ਇਹ ਪੂਰਾ ਮਾਮਲਾ ਕੀ ਸੀ ਜਾਂ ਇਹਦੇ ਕੀ ਕਾਰਨ ਨੇ ਜਿਹੜਾ ਇਹ ਸਭ ਕੁਝ ਹੋਇਆ? ਅਸਲ ਦੇ ਵਿੱਚ ਇਹ ਇੱਕ ਵੱਡਾ ਮੁੱਦਾ ਹੈ, ਕਿਉਂਕਿ ਇਕੱਲਾ ਪ੍ਰਸ਼ਾਂਤ ਭੂਸ਼ਣ ਦਾ ਨਹੀਂ, ਇਹ ਜਿਹੜਾ ਮਾਨਹਾਨੀ ਦਾ ਕਾਨੂੰਨ ਹੈ, ਕੰਟੈਂਪਟ ਆਫ ਕੋਰਟ ਐਕਟ ਜਿਹੜਾ 1971 ਦਾ, ਉਹਦੇ ਬਾਰੇ ਹੀ ਹੁਣ ਡਿਬੇਟ ਖੁੱਲ੍ਹ ਗਈ ਹੈ ਔਰ ਬਹਿਸ ਹੋ ਰਹੀ ਹੈ ਦੇਸ਼ ਦੇ ਵਿੱਚ। ਪ੍ਰਸ਼ਾਂਤ ਭੂਸ਼ਣ ਨੇ ਇਸ ਕਰੋਨਾ ਦੇ ਦੌਰਾਨ ਹੀ 2 ਟਵੀਟ ਕੀਤੇ ਸੀ। ਅਸਲ ਦੇ ਵਿੱਚ ਉਹਨਾਂ ਟਵੀਟਾਂ ਦੇ ਵਿੱਚ ਇੱਕ ਤੇ ਤਾਂ ਚੀਫ ਜਸਟਿਸ ਆਫ ਇੰਡੀਆ ਕਿਸੇ ਰਾਜ ਭਵਨ ਦੇ ਵਿੱਚ ਇੱਕ ਬੀਜੇਪੀ ਦੇ ਆਗੂ ਦਾ ਮੋਟਰਸਾਈਕਲ ਹੈ ਕੋਈ 50 ਲੱਖ ਰੁਪਏ ਦਾ, ਉਹਦੇ 'ਤੇ ਬੈਠੇ ਹੋਏ ਸੀ। ਉਹਨਾਂ ਨੇ ਟਵੀਟ ਕਰਤਾ ਕਿ ਇੱਕ ਪਾਸੇ ਸੁਣਵਾਈ ਲਈ ਜਿਹੜੇ ਲੋਕਾਂ ਦੇ ਬਹੁਤ ਮਹੱਤਵਪੂਰਨ ਮੁੱਦੇ ਨੇ ਉਹਨਾਂ ਲਈ ਟਾਈਮ ਨਹੀਂ ਹੈ, ਅਤੇ ਦੂਜੇ ਪਾਸੇ ਜਿਹੜੇ ਜੱਜ ਨੇ ਉਹ ਉੱਥੇ ਰਾਈਡਿੰਗ ਕਰ ਰਹੇ ਨੇ। ਔਰ ਦੂਜਾ ਇੱਕ ਟਵੀਟ ਹੋਰ ਕੀਤਾ ਉਹਨਾਂ ਨੇ ਇਸੇ ਸਮੇਂ ਦੇ ਦੌਰਾਨ। ਉਹ ਟਵੀਟ ਇਹ ਸੀ ਕਿ ਜਦੋਂ ਵੀ ਹਿਸਟਰੀ ਲਿਖੀ ਜਾਊਗੀ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਪਿਛਲੇ ਲਗਾਤਾਰਤਾ ਦੇ ਵਿੱਚ 4 ਚੀਫ ਜਸਟਿਸ ਬਣੇ ਨੇ ਸੁਪਰੀਮ ਕੋਰਟ ਦੇ, ਤਾਂ ਇਹ ਦੇਖਿਆ ਜਾਊਗਾ, ਇਹ ਰਿਕਾਰਡ 'ਤੇ ਸ਼ਾਇਦ ਹਿਸਟੋਰੀਅਨ ਲਿਆਉਣਗੇ ਕਿ ਜੀ ਉਹਨਾਂ ਨੇ ਜਿਹੜਾ ਉਹਨਾਂ ਦਾ ਕਾਰਜਕਾਲ ਸੀ ਉਹਨਾਂ ਦੇ ਵਿੱਚ ਜਮਹੂਰੀ ਕਦਰਾਂ ਕੀਮਤਾਂ ਜਾਂ ਜਮਹੂਰੀਅਤ ਨੂੰ ਢਾਹ ਲੱਗੀ ਹੈ ਬਹੁਤ ਵੱਡੇ ਪੱਧਰ 'ਤੇ। ਇਹ ਦੋਨਾਂ ਦਾ ਸੰਗਿਆਨ ਜਿਹੜਾ ਸੁਪਰੀਮ ਕੋਰਟ ਨੇ ਆਪਣੇ ਆਪ 'ਤੇ ਲਿਆ। ਉਹਨਾਂ ਨੇ ਕਿਹਾ ਕਿ ਕੰਟੈਂਪਟ ਆਫ ਕੋਰਟ ਹੈ। ਉਸ ਸੁਣਵਾਈ ਦੇ ਦੌਰਾਨ ਇਹ ਕਿਹਾ ਗਿਆ, ਮਤਲਬ ਕਿ ਪ੍ਰਸ਼ਾਂਤ ਭੂਸ਼ਣ ਜਾਂ ਤਾਂ ਅਪੋਲੋਜੀ ਕਰ ਲੈਂਦੇ ਉਸ ਸਮੇਂ ਦੇ ਵਿੱਚ ਕਿ ਮਾਫੀ ਮੰਗ ਲਓ ਕਿ ਮੇਰੇ ਤੋਂ ਗਲਤ ਹੋਇਆ, ਪਰ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਨਹੀਂ, ਮੈਂ ਵਿਡਰਾ ਨਹੀਂ ਕਰਦਾ, ਮੈਂ ਜੋ ਕਿਹਾ ਠੀਕ ਕਿਹਾ। ਕੇਵਲ ਇੱਕ ਗੱਲ 'ਤੇ ਟੈਕਨੀਕਲੀ ਉਹਨੇ ਐਕਸਪਲੇਨੇਸ਼ਨ ਦਿੱਤੀ ਕਿ ਮੈਂ ਉਹਦੇ 'ਤੇ ਖੇਦ ਜਤਾਉਂਦਾ ਕਿ ਮੈਂ ਦੇਖਿਆ ਨਹੀਂ ਹੈ ਕਿ ਜਿਹੜਾ ਮੋਟਰਸਾਈਕਲ ਖੜ੍ਹਾ ਉਹ ਸਟੈਂਡ 'ਤੇ ਲੱਗਿਆ ਹੋਇਆ, ਸਟੈਂਡ 'ਤੇ ਹੈਲਮਟ ਪਹਿਨਣ ਦੀ ਲੋੜ ਨਹੀਂ ਹੈ, ਅਤੇ ਇਹ ਫੈਕਚੁਅਲ ਕਾਨੂੰਨੀ ਪੋਜੀਸ਼ਨ ਹੈ, ਅਤੇ ਇਸ ਕਰਕੇ ਮੈਂ ਉਹਦੇ 'ਤੇ ਖੇਦ ਜਤਾਉਂਦਾ, ਪਰ ਬਾਕੀ ਜੋ ਮੈਂ ਕਿਹਾ ਹੈ ਕਾਰਗੁਜ਼ਾਰੀ ਦੇ ਮਾਮਲੇ ਦੇ ਵਿੱਚ ਉਹਦੇ 'ਤੇ ਮੈਂ ਸਟੈਂਡ ਕਰਦਾ। ਤਾਂ ਇਹਦੀ ਸੁਣਵਾਈ ਕਰਦੇ ਹਾਂ 14 ਅਗਸਤ ਨੂੰ ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਪ੍ਰਸ਼ਾਂਤ ਭੂਸ਼ਣ ਨੂੰ ਦੋਸ਼ੀ ਕਰਾਰ ਦਿੱਤਾ ਮਾਨਹਾਨੀ ਦੇ ਮਾਮਲੇ ਦੇ ਵਿੱਚ, ਅਤੇ ਉਦੋਂ ਬਾਅਦ ਇਹ ਡਿਬੇਟ ਲਗਾਤਾਰ ਹੈ। ਅਤੇ ਅੱਜ ਵੀ ਸੁਪਰੀਮ ਕੋਰਟ 'ਚ ਸੁਣਵਾਈ ਸੀ ਇੱਕ ਹੋਰ ਪ੍ਰਸ਼ਾਂਤ ਭੂਸ਼ਣ ਦੇ ਹੋਰ ਕੇਸ ਦੇ ਵਿੱਚ। ਉਹ 2009 ਦੇ ਵਿੱਚ ਸੀ। 2009 ਦੇ ਵਿੱਚ ਇੱਕ ਲਿਫਾਫਾ, ਜਿਹੜਾ ਬੰਦ ਲਿਫਾਫਾ ਸੁਪਰੀਮ ਕੋਰਟ ਨੂੰ ਦੇ ਕੇ ਉਹਨਾਂ ਨੇ ਕਿਹਾ ਸੀ ਕਿ 16 ਦੇ ਵਿੱਚੋਂ 8 ਚੀਫ ਜਸਟਿਸ ਜਿਹੜੇ ਨੇ ਇੰਡੀਆ ਦੇ ਰਹੇ ਨੇ ਉਹ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਰਹੇ ਨੇ, ਅਤੇ ਇਹ ਨੇ ਉਹਦੇ 'ਤੇ ਸੁਣਵਾਈ ਚੱਲ ਰਹੀ ਹੈ। ਅਤੇ ਪਹਿਲਾਂ 2012 'ਚ ਆ ਕੇ ਉਹ ਚੁੱਪ ਹੋ ਗਈ ਸੀ ਸੁਣਵਾਈ, ਪਰ ਹੁਣ ਦੁਬਾਰਾ ਉਹਦੇ 'ਤੇ ਵੀ ਲਗਾਤਾਰ ਉਹ ਸ਼ੁਰੂ ਹੋ ਗਈ ਹੈ। ਹੁਣ ਅਗਲੇ ਹਫ਼ਤੇ ਫਿਰ ਸੁਣਵਾਈ ਹੋਏਗੀ। ਹੁਣ ਇਹ ਬਹੁਤ ਵੱਡਾ ਇੱਕ ਸਵਾਲ ਇਹ ਪੈਦਾ ਹੋ ਗਿਆ ਉਹਦੇ ਤੋਂ ਬਾਅਦ, ਜਿਹੜੇ ਵੀ ਮਾਹਰ ਲਿਖ ਰਹੇ ਨੇ, ਵੱਡੇ ਵੱਡੇ ਸੰਵਿਧਾਨਕ ਮਾਹਰ ਨੇ, ਚਾਹੇ ਉਹ ਦੁਸ਼ਯੰਤ ਦਵੇ ਹੈ ਜਿਹੜਾ ਇਹਨਾਂ ਦਾ ਵਕੀਲ ਵੀ ਰਿਹਾ ਅਤੇ ਬਾਰ ਐਸੋਸੀਏਸ਼ਨ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਦੇ ਤੌਰ 'ਤੇ ਵੀ ਹੋ ਰਹੇ, ਔਰ ਇਸੇ ਤਰ੍ਹਾਂ ਕਿੰਨੇ ਹੀ ਹੋਰ ਜਿਹੜੇ ਵਕੀਲ ਨੇ। ਅੱਜ ਹੀ ਇੱਕ ਬੰਬੇ ਦੇ ਜਿਹੜਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਬੰਬੇ ਦੇ ਰਹੇ ਨੇ, ਉਹਨਾਂ ਦਾ ਆਰਟੀਕਲ ਵੀ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ, ਮਿਸਟਰ ਇਕਬਾਲ ਚਾਂਗਲੇ, ਉਹਦਾ ਨਾਂ, ਉਹ ਇਹ ਕਹਿ ਰਹੇ ਨੇ ਕਿ ਮੈਂ 1990 ਦੇ ਵਿੱਚ ਸੇਮ ਇਹੋ ਜਿਹੀ ਇੱਕ ਗੱਲ ਕੀਤੀ। 1990 ਦੇ ਵਿੱਚ ਹਾਈ ਕੋਰਟ ਦੇ ਜਿਹੜੇ 5 ਜੱਜਾਂ ਦੇ ਖਿਲਾਫ ਮੈਂ ਐਲੀਗੇਸ਼ਨ ਲਾਇਆ, ਜਿਹੜੇ ਉਸੇ ਸਮੇਂ ਹਾਈ ਕੋਰਟ 'ਚ ਸੀ, ਉਹ ਵਕੀਲ ਦੇ ਤੌਰ 'ਤੇ ਪ੍ਰੈਕਟਿਸ ਕਰ ਰਹੇ ਸੀ ਕਿ 5 ਜੱਜ ਜਿਹੜੇ ਨੇ ਉਹ ਹਾਈ ਕੋਰਟ ਦੀ ਸ਼ਾਨ ਨੂੰ ਢਾਹ ਲਾ ਰਹੇ ਨੇ, ਕਰਪਟ ਨੇ। ਪਰ ਉਹ ਕਹਿੰਦੇ ਵੀ ਮੇਰੀ ਜਿਹੜੀ ਇੱਕ ਐਲੀਗੇਸ਼ਨ ਲੱਗਿਆ ਸੀ, ਮੈਂ ਜਿਹੜਾ ਇੱਕ ਇਲਜ਼ਾਮ ਲਾਇਆ ਸੀ, ਉਹਨੂੰ ਉਸ ਸਮੇਂ ਦਾ ਜਿਹੜਾ ਹਾਈ ਕੋਰਟ ਦੇ ਚੀਫ ਜਸਟਿਸ ਸੀ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀ, ਉਹਨਾਂ ਨੇ ਹੋਰ ਤਰ੍ਹਾਂ ਲਿਆ, ਐਵੇਂ ਨਹੀਂ ਲਿਆ। ਉਹਨਾਂ ਨੇ ਇਸ ਤਰ੍ਹਾਂ ਲਿਆ ਕਿ ਮੈਨੂੰ ਚੀਫ ਜਸਟਿਸ ਆਫ ਇੰਡੀਆ ਨੇ ਸੱਦਿਆ ਵੀ ਇੱਕ ਦਿਨ ਅਤੇ ਗੱਲ ਕੀਤੀ ਕਿ ਤੇਰੇ ਐਲੀਗੇਸ਼ਨ, ਉਹਨੇ ਸਗੋਂ ਸਾਬਾਸ ਦਿੱਤੀ ਕਿ ਵਾਕਈ ਇਹ ਸ਼ਿਕਾਇਤਾਂ ਆ ਰਹੀਆਂ ਸੀ, ਜੇ ਇਹਦੇ ਪਿੱਛੇ ਇਹ ਸਬਸਟਾਂਸ ਹੈ ਜਾਂ ਇਹ ਗੱਲ ਹੈ। ਉਹਦੇ 'ਚੋਂ 2 ਜੱਜ ਸਸਪੈਂਡ ਵੀ ਹੋਏ, 2 ਦੀ ਟਰਾਂਸਫਰ ਹੋ ਗਈ, ਇੱਕ ਨੂੰ ਰਿਜ਼ਾਈਨ ਕਰਨਾ ਪਿਆ। ਉਹ ਸਾਰੀ ਉਹਨੇ ਵਿਆਖਿਆ ਦਿੱਤੀ ਹੈ ਕਿ ਇਸ ਭਾਵਨਾ ਦੇ ਵਿੱਚ ਇੱਕ ਜਿਹੜੀ ਕਿਸੇ ਗੱਲ ਨੂੰ, ਜਦੋਂ ਤੁਸੀਂ ਅੰਦਰ ਤੁਹਾਡੀ ਇੰਟੈਂਸ਼ਨ ਇਹ ਹੋਵੇ ਕਿ ਅਸੀਂ ਜਸਟਿਸ ਦੇ ਰਾਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਜਾਂ ਕਿਸੇ ਸੰਸਥਾ ਦੇ ਵਿੱਚ ਜੋ ਕੁਝ ਵੀ ਲੱਗ ਰਿਹਾ ਕਿ ਇਹਦੇ 'ਚ ਇਹ ਠੀਕ ਨਹੀਂ ਹੋ ਰਿਹਾ, ਤੁਸੀਂ ਜਦੋਂ ਆਵਾਜ਼ ਉਠਾਉਂਦੇ ਹੋ ਤਾਂ ਇੱਕ ਵੱਡਾ ਦਿਲ ਕਰਕੇ ਜਿਨ੍ਹਾਂ ਤੋਂ ਇਨਸਾਫ ਦੀ ਉਮੀਦ ਕੀਤੀ ਜਾਂਦੀ ਹੈ ਉਹ ਵਿਊ ਲੈਂਦੇ ਨੇ। ਇਸ ਕਰਕੇ ਉਹਨੇ ਇਹ ਵਿਊ ਲਿਆ ਕਿ ਇਹ ਨਹੀਂ ਹੈ ਉਸ ਪ੍ਰੋਪਰ ਵਿਊ, ਇਹਦੇ ਨਾਲ ਸ਼ਾਨ ਨਹੀਂ ਬਣਦੀ ਸੁਪਰੀਮ ਕੋਰਟ ਦੀ, ਇਹਦੇ ਨਾਲ ਸਗੋਂ ਸ਼ਾਨ 'ਤੇ ਮਤਲਬ ਆਂਚ ਆਉਂਦੀ ਹੈ ਕਿ ਨਹੀਂ ਤੁਸੀਂ ਇੱਕ ਵੱਡਾ ਦਿਲ ਨਹੀਂ ਰਹੇ ਨੇ। ਇਹਦੇ ਤੋਂ ਪਹਿਲਾਂ
ਦੋ ਕੇਸ ਇਹੋ ਜਿਹੇ ਹੋਏ ਵੱਡੇ ਹੋਏ ਨੇ ਜਿਹੜੇ ਨਾਮੀ ਬੰਦਿਆਂ ਦੇ ਕੰਟੈਂਪਟ ਦੇ ਵਿੱਚ। ਇੱਕ 1967 ਦੇ ਵਿੱਚ ਚੀਫ ਮਿਨਿਸਟਰ ਬਣੇ ਸੀ ਕੇਰਲਾ ਦੇ ਵਿੱਚ EMS ਨਮੂਦਰੀਪਾਦ CPM ਦੇ। ਉਹ ਪਹਿਲੀ ਸ਼ਾਇਦ ਇਹੋ ਜਿਹੀ ਸਰਕਾਰ ਸੀ ਜਿਹੜੀ ਗੈਰ ਕਾਂਗਰਸ ਗਵਰਨਮੈਂਟ ਉਦੋਂ ਬਣੀ ਸੀ। ਉਹਨਾਂ ਨੇ ਮੁੱਖ ਮੰਤਰੀ ਦੇ ਹੁੰਦੇ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ, ਜੋ ਉਹਨਾਂ ਦੀ ਫਿਲਾਸਫੀ ਸੀ ਮਾਰਕਸਵਾਦੀ ਜਾਂ ਬਾਕੀ, ਕਿ ਜਿਹੜੇ ਕੋਰਟਾਂ ਦੇ ਵਿੱਚ ਵੀ ਸੁਪਰੀਮ ਕੋਰਟ ਹਾਈ ਕੋਰਟਾਂ ਦੇ ਵਿੱਚ ਜੱਜ ਬੈਠੇ ਨੇ ਉਹ ਅਮੀਰਾਂ ਬਾਰੇ ਸੋਚਦੇ ਨੇ, ਉਹ ਗਰੀਬਾਂ ਤੇ ਕਿਸਾਨੀ ਦਾ ਜਾਂ ਗਰੀਬ ਡਾਊਨ ਟਰਾਊਡਨ ਲੋਕਾਂ ਦੀ ਉੱਥੇ ਕੋਈ ਸੱਦ ਪੁੱਛ ਨਹੀਂ। ਉਹਨਾਂ ਦੀ ਮਾਨਸਿਕਤਾ ਕਲਾਸ ਤੋਂ ਸੇਧਤ ਹੈ, ਉਹਨਾਂ ਦੀ ਮਾਨਸਿਕਤਾ ਸਮੁੱਚੇ ਭਾਰਤੀਆਂ ਨੂੰ ਨਹੀਂ ਲੈਂਦੀ। ਇਹਨੂੰ ਫਿਰ ਜਾ ਕੇ ਉਦੋਂ ਬਾਅਦ ਜਦੋਂ ਚੀਫ ਮਿਨਿਸਟਰ ਨਹੀਂ ਰਹੇ ਤੇ ਇੱਕ ਅਪੀਲ ਹੋ ਗਈ, ਤੇ ਅਪੀਲ ਤੋਂ ਬਾਅਦ ਜੁਲਾਈ 1971 ਦੇ ਵਿੱਚ ਜੱਜਮੈਂਟ ਆਈ ਉਹਨਾਂ ਨੂੰ ਦੋਸ਼ੀ ਕਰਾਰ ਦੇਣ ਦੀ, ਜਿਹਦੇ 'ਚ ਇਹ ਸੀਗਾ ਕਿ ਇੱਕ ਸਜ਼ਾ ਦਾ ਵੀ ਉਹਦੇ 'ਚ ਪ੍ਰਾਵਧਾਨ ਸੀ ਉਸ ਲੈਵਲ ਦੇ, ਤੇ 1000 ਰੁਪਏ ਜੁਰਮਾਨਾ ਤੇ 2 ਮਹੀਨੇ ਦੀ ਸਜ਼ਾ ਜਿਹੜੀ ਉਸ ਲੈਵਲ ਦੀ ਹੋਏਗੀ। ਉਸ ਕੇਸ ਦੇ ਵਿੱਚ ਦਿੱਤੀ, ਪਰ ਉਹ ਜੱਜਮੈਂਟ ਵੀ ਸਪਲਿਟ ਜੱਜਮੈਂਟ ਸੀ। ਉਹਦੇ 'ਚ ਕੁਝ ਬਾਕੀ ਮੈਜੋਰਟੀ ਜੱਜਮੈਂਟ ਸੀ ਜਿਹਦੇ 'ਚ ਮੈਜੋਰਟੀ ਦੇ ਨਾਲ ਉਹ ਫੈਸਲਾ ਦਿੱਤਾ ਗਿਆ। ਮਤਲਬ ਜੱਜ ਨੇ ਇਹ ਵੀ ਕਿਹਾ ਕਿ ਦੂਜੇ ਨੇ ਕਿ ਨਹੀਂ, ਇਹ ਬਣਦੀ ਨਹੀਂ ਹੈ ਉਸ ਲੈਵਲ ਦੇ ਉੱਤੇ। ਔਰ ਇੱਕ ਕੇਸ ਆਇਆ ਅਰੁੰਧਤੀ ਰਾਏ ਦਾ। ਅਰੁੰਧਤੀ ਰਾਏ ਨੂੰ ਵੀ ਇਹ ਕਿਹਾ ਗਿਆ ਕਿ ਤੁਸੀਂ ਮਾਫੀ ਮੰਗ ਲਓ ਜਾਂ ਤੁਸੀਂ ਆਪਣਾ ਵਿਡਰਾ ਕਰ ਲਓ ਜੋ ਤੁਸੀਂ ਕਹਿ ਰਹੇ ਹੋ ਉਸ ਮਾਮਲੇ ਦੇ ਉੱਤੇ। ਉਹਨੇ ਮਨਾ ਕਰਤਾ ਕਿ ਮੈਂ ਨਹੀਂ ਕਹਿਣਾ, ਤੇ ਉਦੋਂ ਕੋਰਟ ਨੇ ਫਿਰ ਇੱਕ ਵਿਊ ਲੈਂਦੇ ਹੋਏ 1 ਦਿਨ ਦੀ ਸਜ਼ਾ ਤੇ 2000 ਰੁਪਏ ਜੁਰਮਾਨਾ ਕੀਤਾ ਸੀਗਾ। ਜੇ ਜੁਰਮਾਨਾ ਨਹੀਂ ਭਰਿਆ ਤਾਂ 3 ਮਹੀਨੇ ਦੀ ਸਜ਼ਾ ਹੋਏਗੀ ਉਸ ਮਾਮਲੇ ਦੇ ਵਿੱਚ। ਇਹ ਸਾਡੇ ਸਾਹਮਣੇ ਇੱਕ ਵੱਡੇ ਕੇਸ ਕੰਟੈਂਪਟ ਦੇ ਆਏ। ਉਦੋਂ ਵੀ ਡਿਬੇਟ ਹੋਈ ਕਿ ਕੀ ਕੰਟੈਂਪਟ ਦਾ ਜਿਹੜਾ ਲਾ ਹੈ ਜਾਂ ਮਾਨਹਾਨੀ ਦਾ ਜਿਹੜਾ ਅਸਲ ਦੇ ਵਿੱਚ ਇਹ ਹੈ। ਜਿਹੜੇ ਇੱਕ ਬਹੁਤ ਵੱਡੇ ਸੰਵਿਧਾਨ ਦੇ ਸਕਾਲਰ ਨੇ ਸਾਡੇ ਦੇਸ਼ ਦੇ ਵਿੱਚ, ਫੈਜ਼ਾਨ ਮੁਸਤਫਾ, ਜਿਹੜੇ ਹੈਦਰਾਬਾਦ ਦੀ ਲਾਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ, ਉਹ ਲਗਾਤਾਰ ਇਹਦੇ 'ਤੇ ਸਟੱਡੀ, ਇਹਦੇ ਮਾਹਰ ਨੇ। ਉਹ ਕਹਿ ਰਹੇ ਨੇ ਕਿ ਕਦੇ 9ਵੀਂ ਤੇ 10ਵੀਂ ਸਦੀ ਦੇ ਵਿੱਚ ਇਹ ਪ੍ਰਚਲਨ ਚੱਲਿਆ ਹੋਇਆ ਬ੍ਰਿਟਿਸ਼ ਤੋਂ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ। ਅਸਲ 'ਚ ਜਿਹੜਾ ਕੰਟੈਂਪਟ ਦਾ ਲਾ ਦਿੱਤਾ ਗਿਆ ਸੀ ਕੋਰਟ ਨੂੰ ਆਜ਼ਾਦੀ ਦੇ ਤੌਰ 'ਤੇ, ਕਿ ਜੋ ਤੁਸੀਂ, ਤਾਂ ਕਿ ਤੁਹਾਡੀ ਜਿਹੜੀ ਜੇ ਹੁਕਮ ਨਾ ਮੰਨਣ ਵਾਲੇ ਜਿਹੜੀ ਅਥਾਰਟੀ ਹੈ, ਤੁਹਾਡੇ ਕੋਲ ਕੋਈ ਤਾਕਤ ਹੋਵੇ। ਉਹ ਸੀਗਾ ਸਰਕਾਰਾਂ ਦੇ ਮਾਮਲੇ ਦੇ ਵਿੱਚ, ਕਿ ਜੇ ਸਰਕਾਰ ਨੂੰ ਉਹ ਕੋਈ ਅਥਾਰਟੀ ਮਤਲਬ ਫੈਸਲਾ ਕਰਦੀ ਹੈ ਕਿ ਤੁਸੀਂ ਇਹ ਕਰਨਾ, ਜੇ ਸਰਕਾਰ ਨਹੀਂ ਕਰਦੀ ਤਾਂ ਉਹਨੂੰ ਇਹ ਕਹਿਣ ਦੇ ਲਈ ਕਿ ਤੁਹਾਨੂੰ ਇਹ ਕਰਨਾ ਪਏਗਾ ਕਿਸੇ ਅਫਸਰ ਦੇ ਖਿਲਾਫ, ਕਿਸੇ ਵੱਡੇ ਅਧਿਕਾਰੀ ਜਾਂ ਕਿਸੇ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ, ਜਿਹਦੇ ਖਿਲਾਫ ਵੀ ਤੁਸੀਂ ਕਹੋ ਕਿ ਕੰਟੈਂਪਟ ਹੋ ਸਕਦੀ ਹੈ, ਤਾਂ ਕਿ ਲੋਕਾਂ ਦੀ ਫੇਵਰ ਦੇ ਵਿੱਚ ਇੱਕ ਗੱਲ ਚਲੀ ਜਾਏ। ਉਹ ਕਾਮਨ ਮੈਨ ਦੀ ਗੱਲ ਨਹੀਂ ਸੀ ਅਸਲ 'ਚ, ਉਹਨਾਂ ਦੀ ਵਿਆਖਿਆ ਇਹ ਹੈ। ਔਰ ਦੂਜੀ ਗੱਲ ਉਹਨਾਂ ਦੀ ਵਿਆਖਿਆ ਇਹ ਹੈ, ਉਹਨਾਂ ਸਮੇਤ ਤੇ ਹੋਰ ਬਹੁਤ ਸਾਰੇ ਜਿਹੜੇ ਲਗਾਤਾਰ ਲਿਖ ਰਹੇ ਵਕੀਲ ਨੇ ਜਿਹੜੇ ਬੜੇ ਸੀਨੀਅਰ ਲੈਵਲ ਦੇ, ਉਹ ਕਹਿੰਦੇ ਨੇ ਇਸ ਸੰਵਿਧਾਨ ਦੇ ਦਰਜੇ ਦੇ ਵਿੱਚ ਸਾਨੂੰ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਹੈ, ਵਿਚਾਰਾਂ ਦੀ ਆਜ਼ਾਦੀ ਹੈ, ਇਹ ਸਭ ਤੋਂ ਮਹੱਤਵਪੂਰਨ ਹੈ। ਸੰਵਿਧਾਨ ਦਾ ਆਰਟੀਕਲ 19(1)(a) ਹੈ ਜਿਹੜਾ, ਉਹ ਇਜਾਜ਼ਤ ਦਿੰਦਾ ਹੈ ਕਿ ਤੁਹਾਡੀ ਮਨਸ਼ਾ ਮਾੜੀ ਨਹੀਂ ਹੈਗੀ ਤੇ ਤੁਸੀਂ ਹਰ ਗੱਲ 'ਤੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਸਕਦੇ ਹੋ। ਜਿਵੇਂ ਆਮ ਸੋਸ਼ਲ ਮੀਡੀਆ, ਹੁਣ ਸੋਸ਼ਲ ਮੀਡੀਆ 'ਤੇ ਤਾਂ ਲੋਕ ਕਿੰਨੀਆਂ ਹੀ ਗਾਲਾਂ ਬਕਵਾਸ ਵੀ ਲਿਖਦੇ ਨੇ, ਤਾਂ ਰੋਜ਼ ਕੁਛ ਨਾ ਕੁਛ ਇਹੋ ਜਿਹਾ ਚੀਜ਼ਾਂ ਵੀ ਹੁੰਦੀਆਂ ਰਹੂਗੀ ਫਿਰ। ਪਰ ਉਹ ਫਰੀडम ਆਫ ਐਕਸਪ੍ਰੈਸ਼ਨ ਕਰਕੇ ਹੀ ਹੈ ਕਿ ਵਿਚਾਰ ਦਾ ਤੋੜ ਤੁਸੀਂ ਵਿਚਾਰ ਨਾਲ ਕਰ ਸਕਦੇ ਹੋ, ਦਲੀਲ ਦਾ ਤੋੜ ਤੁਹਾਡੇ ਕੋਲ ਦਲੀਲ ਹੁੰਦੀ ਹੈ, ਤੁਹਾਡੇ ਕੋਲ ਕੋਈ ਛੰਟਾ ਨਹੀਂ ਉਸ ਲੈਵਲ ਦਾ ਹੁੰਦਾ। ਇਸੇ ਕਰਕੇ ਨਾਲ ਦੂਜੀ ਇੱਕ ਗੱਲ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਕੰਟੈਂਪਟ ਆਫ ਕੋਰਟ ਦਾ ਕਾਨੂੰਨ ਹੈ, ਉਹ ਕਹਿੰਦੇ ਨੇ ਕਿ ਜਿਹੜਾ ਪ੍ਰੋਸੀਜਰਲ ਜਸਟਿਸ ਹੈ, ਜੱਜ ਨੂੰ ਆਪਣੀ ਜੱਜਮੈਂਟ ਦੇਣ ਦੇ ਮਾਮਲੇ 'ਚ ਜਾਂ ਨਿਆਂ ਕਰਨ ਦੇ ਮਾਮਲੇ 'ਚ ਜੇਕਰ ਉਹ ਰੁਕਾਵਟ ਪੈਦਾ ਕਰਦਾ ਤਾਂ ਉਹ ਕੰਟੈਂਪਟ ਹੈ ਜਾਂ ਉਹਨੂੰ ਨਹੀਂ ਮੰਨਦੇ। ਉਹ ਕਹਿੰਦੇ ਜਿਵੇਂ ਪ੍ਰਸ਼ਾਂਤ ਭੂਸ਼ਣ ਦਾ ਕੇਸ ਹੈ ਜਾਂ ਬਾਕੀ ਕੋਈ ਬੰਦਾ ਗੱਲ ਕਹਿ ਦਿੰਦਾ ਕਿਸੇ ਜੱਜ ਦੀ ਜੱਜਮੈਂਟ 'ਤੇ ਜਾਂ ਉਹਦੇ 'ਤੇ, ਇਹ ਕੰਟੈਂਪਟ, ਇਹ ਪ੍ਰੋਸੀਜਰਲ ਜਸਟਿਸ ਦਾ ਕੋਈ ਨਹੀਂ। ਸਪੋਜ਼ ਕਰੋ ਤੁਹਾਡਾ ਜੱਜ ਹੈ, ਕੋਈ ਜੱਜ ਜਾਣਾ ਚਾਹੁੰਦਾ ਕੋਰਟ, ਤੇ ਕੋਰਟ ਤੁਸੀਂ ਜਾਣ ਨਹੀਂ ਦਿੰਦੇ, ਘਰਾਓ ਕਰ ਲੈਂਦੇ ਹੋ, ਰਸਤੇ 'ਚ ਰੋਕ ਲੈਂਦੇ ਹੋ, ਜਾਂ ਕੋਈ ਬਾਕੀ ਦੇ, ਇਹ ਪ੍ਰੋਸੀਜਰ ਦੇ ਰਾਹ ਦੇ ਵਿੱਚ ਰੁਕਾਵਟਾਂ ਨੇ ਕਿ ਤੁਸੀਂ ਉਹਨੂੰ ਨਹੀਂ ਕਰਨ ਦਿੰਦੇ ਆਪਣਾ ਫੈਸਲਾ ਉਸ ਪੱਧਰ ਦੇ ਉੱਤੇ। ਉਹ ਕਹਿੰਦੇ ਨੇ ਵੀ ਇਹਦੇ ਨਾਲ ਕਿਸੇ ਦੇ 600 ਵਰਡ ਦੇ 2 ਟਵੀਟਾਂ ਦੇ ਨਾਲ ਇਹ ਨਹੀਂ ਹੋ ਜਾਂਦਾ ਕਿ ਤੁਸੀਂ ਐਡੀ ਵੱਡੀ ਸੰਸਥਾ ਦਾ ਜਿਹੜਾ ਇੱਕ ਰੈਪੂਟੇਸ਼ਨ ਖਰਾਬ ਹੋ ਜਾਂਦਾ ਹੈ, ਜਾਂ ਐਡੀ ਵੱਡੀ ਸੰਸਥਾ ਦੇ ਵਿੱਚ ਕੋਈ ਇਸ ਚੀਜ਼ਾਂ ਚਲੀ ਜਾਂਦੀਆਂ ਨੇ, ਉਹਦੀ ਕਾਰਗੁਜ਼ਾਰੀ ਇਹ ਤੈਅ ਕਰਦੀ ਹੈ। ਔਰ ਇਹ ਗੱਲ ਸਾਹਮਣੇ ਵੀ ਆਈ ਹੈ, ਕਈ ਲੋਕ ਜਦੋਂ ਡਿਬੇਟ ਹੁਣ ਚੱਲ ਪਈ ਹੈ ਕੰਟੈਂਪਟ ਦੇ ਮਾਮਲੇ ਦੇ ਵਿੱਚ ਕਿ ਤੁਹਾਡੀ ਤਰਜੀਹ ਕੀ ਹੈ। ਤਰਜੀਹ ਦੇ ਮਾਮਲੇ ਦੇ ਵਿੱਚ ਈਵਨ ਪ੍ਰਸ਼ਾਂਤ ਭੂਸ਼ਣ ਨੇ ਵੀ ਉਠਾਇਆ ਤੇ ਦਵੇ ਨੇ ਵੀ ਉਠਾਇਆ ਤੇ ਬਾਕੀ ਲੋਕਾਂ ਨੇ ਵੀ, ਕਿ ਤੁਹਾਡੇ ਕੋਲ ਕਿੰਨੇ ਵੱਡੇ ਮਾਮਲੇ ਜਿਹੜੇ ਜ਼ਿੰਦਗੀ ਤੇ ਮੌਤ ਦੇ ਨਾਲ ਸੰਬੰਧਿਤ ਨੇ। ਮੰਨ ਲਓ ਜੰਮੂ ਕਸ਼ਮੀਰ ਦਾ ਸਵਾਲ ਹੈ 5 ਅਗਸਤ 2019 ਤੋਂ ਲੈ ਕੇ, ਔਰ ਇੰਨੀਆਂ ਜ਼ਿਆਦਾ ਤੁਹਾਡੇ ਕੋਲ ਰਿਟਾਂ ਪਈਆਂ ਹੋਈਆਂ ਨੇ ਜਿਹਨੂੰ ਹੈਵਿਸ ਕਾਰਪਸ ਦੇ ਰੂਪ ਦੇ ਵਿੱਚ ਕਹਿੰਦੇ ਨੇ, ਜਿਹੜਾ ਫੰਡਾਮੈਂਟਲ ਰਾਈਟ ਹੈ। ਜੇ ਤੁਹਾਡੀ ਜਾਨ ਨੂੰ ਖਤਰਾ ਹੋਵੇ, ਤੁਹਾਡੇ ਮਾਲ ਨੂੰ ਖਤਰਾ ਹੋਵੇ, ਤੁਸੀਂ ਅਦਾਲਤ ਦਾ ਦਰਵਾਜ਼ਾ ਖਟਾਉਂਦੇ ਤਾਂ ਅਦਾਲਤ ਉਹਨੂੰ ਤੁਰੰਤ ਸੁਣਦੀ ਹੈ ਪਹਿਲ ਦੇ ਤੌਰ 'ਤੇ।
ਉਹ ਕਹਿੰਦੇ ਵੀ ਸੈਂਕੜੇ ਕੇਸ ਇਹੋ ਜਿਹੇ ਪਏ ਨੇ ਜਿਨ੍ਹਾਂ ਤੇ 1 ਸਾਲ ਤੋਂ ਸੁਣਵਾਈ ਨਹੀਂ ਤੁਸੀਂ ਕਰ ਰਹੇ। ਔਰ ਦੂਜਾ ਸੰਵਿਧਾਨਕ ਫੈਸਲਾ ਪਿਆ ਜੰਮੂ ਕਸ਼ਮੀਰ ਦਾ ਧਾਰਾ 370 ਦੇ ਬਾਰੇ ਕਿ ਤੁਸੀਂ ਇਹ ਸੰਵਿਧਾਨ ਦੇ ਅਨੁਕੂਲ ਹੈ ਜਾਂ ਨਹੀਂ, ਗੌਰਮੈਂਟ ਇਹ ਫੈਸਲਾ ਲੈ ਸਕਦੀ ਹੈ ਨਹੀਂ, ਉਹਦੇ ਤੇ ਵੀ ਕੋਈ ਗੱਲ ਨਹੀਂ ਕਰ ਰਹੇ। ਔਰ ਇਹਦੇ ਤੋਂ ਬਿਨਾਂ ਜਿਹੜੇ ਬਾਕੀ ਦੇ ਮਾਮਲੇ ਨੇ ਹੋਰ, ਉਹਨਾਂ ਦੇ ਕੇਸ ਕਿੰਨੇ ਹੀ ਤੁਹਾਡੇ ਸਾਹਮਣੇ 370 ਤੋਂ ਇਲਾਵਾ ਵੀ ਕਿੰਨੇ ਹੀ ਕੇਸ ਜਿਹੜੇ ਇੰਪੋਰਟੈਂਟ CAA ਦੇ ਮਾਮਲਾ ਹੈ, ਨਾਗਰਿਕ ਸੋਧ ਬਿੱਲ ਦਾ ਮਾਮਲਾ ਹੈ, ਤੇ ਉਹਦੇ ਤੇ ਐਡੀ ਵੱਡੀ ਐਜੀਟੇਸ਼ਨ ਵੀ ਹੋਈ, ਉਹ ਕੇਸ ਵੀ ਪੈਂਡਿੰਗ ਪਿਆ ਹੋਇਆ ਕਿ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਇਹਦੇ ਤੇ ਗੱਲ ਕਰੋ, ਅੱਗੇ ਨੂੰ ਤੋਰੋ। ਔਰ BJP ਦੇ ਇੱਕ ਸਪੋਕਸਪਰਸਨ ਨੇ TV ਚੈਨਲ ਦੇ ਉੱਤੇ ਇਹ ਕਿਹਾ, ਉਹ ਕਹਿ ਰਿਹਾ ਕਿ ਜੀ ਜੰਮੂ ਕਸ਼ਮੀਰ ਦਾ ਤਾਂ ਤੁਸੀਂ ਛੱਡ ਦਿਓ, ਤੇ ਉਹ ਤਾਂ ਸਰਕਾਰ ਨੇ ਐਡਵਾਈਸ ਕੀਤਾ ਹੋਇਆ ਕਿ ਪਹਿਲਾਂ ਸਾਨੂੰ ਉੱਥੇ ਲਾ ਐਂਡ ਆਰਡਰ ਠੀਕ ਕਰ ਲੈਣ ਦਿਓ, ਦੇਸ਼ ਦਾ ਅਟੁੱਟ ਅੰਗ ਉਹਨੂੰ ਵਿੱਚ ਸ਼ਾਮਲ ਕਰ ਲੈਣ ਦਿਓ, ਉਦੋਂ ਬਾਅਦ ਉਹਨਾਂ ਦੇ ਅਧਿਕਾਰ ਦੇਖੇ ਜਾਣਗੇ। ਇਹਦਾ ਮਤਲਬ ਕੀ ਜੁਡੀਸ਼ਰੀ ਹੁਣ ਸਰਕਾਰ ਦੇ ਕਹਿਣ ਤੇ ਚੱਲੇਗੀ ਜਾਂ ਜੁਡੀਸ਼ਰੀ ਇੰਡੀਪੈਂਡੈਂਟ ਹੋ ਕੇ ਆਪਣੇ ਤਰੀਕੇ ਨਾਲ ਹਰ ਨਾਗਰਿਕ ਦੇ ਹੱਕ ਦੀ ਰੱਖਿਆ ਕਰੇਗੀ? ਇਹ ਸਵਾਲ ਵੀ ਉਠਾਇਆ ਜਾ ਰਿਹਾ ਉਸ ਡਿਬੇਟ ਦੇ ਵਿੱਚ ਬਹੁਤ ਇੱਕ ਬੜੇ ਤਰੀਕੇ ਦੇ ਨਾਲ। ਅਗਲੀ ਗੱਲ ਇਹ ਕਹੀ ਜਾ ਰਹੀ ਹੈ ਕਿ ਪ੍ਰਸ਼ਾਂਤ ਭੂਸ਼ਣ ਨੇ ਜੋ ਕਿਹਾ ਉਹ ਕੋਈ ਉਹਨੇ ਪਹਿਲੀ ਵਾਰ ਨਹੀਂ ਕਿਹਾ। ਇਦੋਂ ਪਹਿਲਾਂ ਹੀ ਜਨਵਰੀ 2018 ਦੇ ਵਿੱਚ ਇਸੇ ਸੁਪਰੀਮ ਕੋਰਟ ਦੇ 4 ਸਿਟਿੰਗ ਜੱਜ, ਜਿਹਦੇ ਚੋਂ ਇੱਕ ਚੀਫ ਜਸਟਿਸ ਵੀ ਬਣਿਆ ਬਾਅਦ ਦੇ ਵਿੱਚ, ਉਹਨਾਂ ਨੇ ਇਹੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੁਪਰੀਮ ਕੋਰਟ ਦੇ ਜਿਸ ਤਰ੍ਹਾਂ ਚੱਲ ਰਹੀ ਹੈ ਅੰਦਰ, ਉਹਦੇ ਨਾਲ ਦੇਸ਼ ਦੀ ਡੈਮੋਕ੍ਰੇਸੀ ਬਹੁਤ ਖਤਰੇ ਦੇ ਵਿੱਚ ਹੈ। ਜੇ ਇਹਦੇ 'ਚ ਇੰਟਰਨਲ ਜਾਂ ਬਾਕੀ ਸੁਧਾਰ ਨਹੀਂ ਕੀਤੇ ਗਏ ਫਿਰ ਤਾਂ ਕੰਟੈਂਪਟ ਚਾਰੇ ਉਸ ਚੀਜ਼ ਜੱਜਾਂ ਦੇ ਖਿਲਾਫ ਵੀ ਬਣਦਾ ਜਿਹੜੇ ਸਿਟਿੰਗ ਜੱਜ ਸੀ ਉਸੇ ਮਾਮਲੇ ਦੇ ਵਿੱਚ। ਇਸ ਲਈ ਜੇਕਰ ਇਹ ਸਵਾਲ ਉੱਠਦੇ ਨੇ, ਮੇਰਾ ਖਿਆਲ ਹੈ ਕਿਸੇ ਵੀ ਸੰਸਥਾ 'ਤੇ ਸਵਾਲ ਉੱਠਦੇ ਨੇ ਡੈਮੋਕ੍ਰੇਸੀ 'ਚ, ਤਾਂ ਉਹਨੂੰ ਆਪਣੇ ਅੰਦਰ ਜਾਤਾਂ ਝਾਤ ਮਾਰ ਕੇ ਉਹਨੂੰ ਸੁਧਾਰਨਾ ਚਾਹੀਦਾ। ਜੇ ਉਹਨੂੰ ਲੱਗਦਾ ਕਿ ਨਹੀਂ ਸੁਧਾਰ ਦੀ ਗੁੰਜਾਇਸ਼ ਨਹੀਂ, ਤਾਂ ਲੋਕਾਂ ਨੂੰ ਆਪਣੇ ਆਰਗੂਮੈਂਟ ਨਾਲ, ਆਪਣੀ ਦਲੀਲ ਨਾਲ ਕਾਇਲ ਕਰਨਾ ਚਾਹੀਦਾ ਕਿ ਹਾਂਜੀ ਸਾਡੀ ਗੱਲ ਠੀਕ ਹੈ ਤੇ ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਸ ਕਰਕੇ ਇਹ ਬਹੁਤ ਵੱਡਾ ਇੱਕ ਸਵਾਲ ਹੈ ਸਾਰੇ ਲੋਕਾਂ ਦੀ ਹੋਣ ਦੇ ਅੱਗੇ ਨੂੰ। ਇਹ ਕਿਹਾ ਜਾ ਰਿਹਾ ਹੈ ਕਿ ਕੀ ਹੁਣ ਜਿੰਨੇ ਪੱਤਰਕਾਰ ਨੇ, ਜਿੰਨੇ ਐਡੀਟਰ ਨੇ, ਜਿੰਨੇ ਐਡੀਟੋਰੀਅਲ ਲਿਖੇ ਜਾ ਰਹੇ ਨੇ, ਤਾਂ ਜਿਹੜੀ ਉਹ ਕਮੈਂਟ ਕਰਦੇ ਨੇ ਇਦੋਂ ਪਹਿਲਾਂ ਜੱਜਮੈਂਟਾਂ ਦੇ ਉੱਤੇ, ਤੇ ਜੇ ਪ੍ਰਸ਼ਾਂਤ ਭੂਸ਼ਣ ਜਾਂ ਬਾਕੀਆਂ ਨਾਲ ਇਸ ਲੈਵਲ ਦਾ ਹੁੰਦਾ ਤਾਂ ਕੱਲ੍ਹ ਨੂੰ ਉਹਨਾਂ ਦੀ ਜ਼ੁਬਾਨ ਬੰਦ ਕੀਤੀ ਜਾਏਗੀ। ਇਹ ਰਾਹ ਤਾਂ ਨਹੀਂ ਖੁੱਲ੍ਹ ਜਾਏਗਾ ਕਿਤੇ ਉਸ ਪਾਸੇ ਵੱਲ। ਇਸ ਲਈ ਡੈਮੋਕ੍ਰੇਸੀ ਦੇ ਵਿੱਚ ਜ਼ੁਬਾਨਬੰਦੀ ਦਾ ਜਿਹੜਾ ਇੱਕ ਖਤਰਾ ਹੈ, ਫਰੀਡਮ ਆਫ ਐਕਸਪ੍ਰੈਸ਼ਨ ਤੇ ਜਿਹੜਾ ਇੱਕ ਚੁਣੌਤੀ ਹੈ, ਇਹਦੇ ਰੂਪ ਦੇ ਵਿੱਚ ਡਿਬੇਟ ਵੱਡੇ ਪੱਧਰ ਤੇ ਕੰਟਰੀ ਤੇ ਚੱਲ ਰਹੀ ਹੈ। ਇੱਕ ਵੈਲਕਮ ਜੋ ਸਟੈਪ ਵੀ ਹੈ, ਸਵਾਗਤਯੋਗ ਵੀ ਹੈ ਇਸ ਐਂਗਲ ਤੋਂ ਕਿ ਜਦੋਂ ਚਰਚਾ ਹੁੰਦੀ ਹੈ ਤਾਂ ਉਹਦੇ 'ਚੋਂ ਸ਼ਾਇਦ ਕੁਝ ਪੋਜ਼ਿਟਿਵ ਨਿਕਲ ਕੇ ਆਉਂਦਾ। ਇੱਕ ਹਮੀਰ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ ਵੀ ਕਿ ਇਹ ਮਾਨਹਾਨੀ ਕੇਸ ਦੇ ਵਿੱਚ ਘੱਟੋ ਘੱਟ ਸਜ਼ਾ ਕਿੰਨੀ ਹੋ ਸਕਦੀ ਹੈ ਤੇ ਵੱਧੋ ਵੱਧ ਕਿੰਨੀ ਹੋ ਸਕਦੀ ਹੈ? ਨਾਲ ਹੀ ਇੱਕ ਹੋਰ ਵੀ ਸਵਾਲ ਹੈ ਵੀ ਕਿ ਇਹ ਜਿਹੜੇ ਘਟਨਾਕ੍ਰਮ ਹੈ ਉਹ ਵਿਚਾਰਾਂ ਦੀ ਆਜ਼ਾਦੀ ਨੂੰ ਵੀ ਕਿੱਥੇ ਤੱਕ ਰੋਕਣ ਦੀ ਕੋਸ਼ਿਸ਼ ਕਰਦੇ, ਤੁਸੀਂ ਇਸ ਨੂੰ ਕਿਵੇਂ ਦੇਖੋਗੇ? ਇਸ ਕੰਟੈਂਪਟ ਆਫ ਕੋਰਟ ਦੇ ਵਿੱਚ 6 ਮਹੀਨੇ ਤੱਕ ਤਾਂ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ 10,000 ਜਾਂ ਉਦੋਂ ਵਧਾਇਆ। ਵੈਸੇ ਤਾਂ ਇਹ ਹੁਣ ਤੱਕ ਦਾ ਇਹੀ ਹੈ, ਪਰ ਇਹ ਵੀ ਕਿਹਾ ਜਾ ਰਿਹਾ ਵੀ ਕੋਰਟ ਦੀ ਡਿਸਕ੍ਰਿਸ਼ਨ ਵੀ ਹੁੰਦੀ ਹੈ, ਉਹ ਕਈ ਵਾਰ ਉਦੋਂ ਵੱਧ ਘੱਟ ਜੋ ਵੀ ਆਪਣੇ ਤਰੀਕੇ ਨਾਲ ਕਰ ਰਹੀ ਹੈ। ਹਾਲਾਂਕਿ ਇੱਕ ਮੌਕਾ ਇਹ ਵੀ ਦਿੰਦੀ ਹੈ ਸਾਰਿਆਂ ਨੂੰ ਅਦਾਲਤ ਕਿ ਤੁਸੀਂ ਜੇ ਮਾਫੀ ਮੰਗ ਸਕਦੇ ਹੋ ਤਾਂ ਅਪੋਲੋਜੀ ਕਰਦੇ ਹੋ, ਪਰ ਕੁਝ ਲੋਕ ਜਿਹੜੇ ਸਿਧਾਂਤਕ ਪੱਧਰ ਤੇ ਆਪਣੀ ਗੱਲ ਨੂੰ ਕਹਿੰਦੇ ਨੇ ਤੇ ਉਹ ਮਾਫੀ ਉਸ ਰੂਪ ਦੇ ਵਿੱਚ ਨਹੀਂ ਮੰਨਦੇ। ਵਿਚਾਰਾਂ ਦੇ ਪ੍ਰਗਟਾਵੇ ਤੇ ਤਾਂ ਬਿਲਕੁਲ ਹੀ ਇਹ ਡਾਊਟ ਹੋਏਗਾ ਕਿ ਕੱਲ੍ਹ ਨੂੰ ਹੁਣ ਕੋਈ ਹਿਸਟਰੀ ਵਾਲਾ ਹਿਸਟੋਰੀਅਨ, ਜਿਹੜੇ ਰਾਮਾਚੰਦਰ ਗੁਹਾ ਨੇ ਵੀ ਇਹ ਕਿਹਾ, ਬਾਕੀ ਲੋਕਾਂ ਨੇ ਵੀ ਇਹ ਕਿਹਾ ਕਿ ਕੱਲ੍ਹ ਨੂੰ ਕੋਈ ਹਿਸਟਰੀ ਲਿਖੂਗਾ, ਹਿਸਟਰੀ ਵਾਲਾ ਬੰਦਾ ਇਹ ਦੇਖ ਕੇ ਨਹੀਂ ਲਿਖੂਗਾ ਕਿ ਜੱਜਮੈਂਟ ਕੀ ਹੈ, ਉਹ ਤਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਖਦਾ, ਉਹ ਤੱਥ ਪੇਸ਼ ਕਰਦਾ, ਨਰੇਟ ਕਰਦਾ ਲੋਕਾਂ ਦੇ ਸਾਹਮਣੇ ਕਿ ਇਸ ਲੈਵਲ 'ਤੇ ਇਹ ਗੱਲ ਹੋ ਰਹੀ ਹੈ। ਇਸੇ ਕਰਕੇ ਜਿਹੜੇ ਵੱਡੇ ਪੱਧਰ 'ਤੇ ਇੱਕ ਇਹ ਵੀ ਕਿਹਾ ਗਿਆ, ਜਿਹੜਾ ਦਵੇ ਨੇ ਇਹ ਕਿਹਾ, ਜਿਹੜਾ ਬਾਰ ਕੌਂਸਲ ਦਾ ਆਪ ਵੀ ਪ੍ਰਧਾਨ ਰਿਹਾ, ਪ੍ਰਸ਼ਾਂਤ ਭੂਸ਼ਣ ਦੀ ਗੱਲ ਵੀ, ਉਹ ਕਹਿੰਦਾ ਇਸ ਵੱਡੇ ਮੁੱਦੇ 'ਤੇ ਜਿਹੜਾ ਲੋਕਾਂ ਦੇ ਫਰੀਡਮ ਆਫ ਐਕਸਪ੍ਰੈਸ਼ਨ ਨਾਲ ਸੰਬੰਧਿਤ ਮੁੱਦਾ ਹੈ, ਜਿਹੜਾ ਅੱਗੇ ਮਨੁੱਖੀ ਅਧਿਕਾਰਾਂ ਦਾ ਸਵਾਲ, ਬੁਨਿਆਦੀ ਹੱਕਾਂ ਦੇ ਸਵਾਲ ਤੇ ਲੋਕਾਂ ਦੇ ਬੋਲਣ ਦੀ ਤਾਕਤ ਬਹਾਲੀ ਦੀ ਗੱਲ ਹੈ, ਇਹਦੇ 'ਤੇ ਬਾਰ ਕੌਂਸਲਾਂ, ਜੇਕਰ ਬਾਰ ਕੌਂਸਲ ਆਫ ਇੰਡੀਆ ਤੇ ਹਾਈ ਕੋਰਟਾਂ ਦੀਆਂ ਬਾਰ ਕੌਂਸਲਾਂ ਨਹੀਂ ਬੋਲਦੀਆਂ ਤਾਂ ਇਹ ਬਹੁਤ ਵੱਡਾ ਸਵਾਲ ਹੋਏਗਾ ਤੇ ਅੱਗੇ ਨੂੰ ਖਾਮੋਸ਼ੀ ਦਾ, ਇਹਦੇ 'ਤੇ ਗੱਲ ਕਰਨ ਦਾ ਸਵਾਲ ਹੈ। ਜਸਟਿਸ ਦੇ ਸਵਾਲ ਦੇ ਵਿੱਚ ਸੁਪਰੀਮ ਕੋਰਟ ਵੀ ਹੈ, ਜਸਟਿਸ ਸਾਰਾ ਵਕਾਲਤ ਵੀ ਹੈ, ਸਾਰੇ ਬਾਰਾਂ ਵੀ ਨੇ, ਸਾਰੇ ਲੋਕ ਨੇ, ਈਵਨ ਪੂਰਾ ਕੰਟਰੀ ਵੀ ਹੈ ਕਿ ਅਸੀਂ ਕਿਹੋ ਜਿਹਾ ਜਸਟਿਸ ਸਿਸਟਮ ਚਾਹੁੰਦੇ ਹਾਂ। ਉਸ ਮਾਮਲੇ ਦੇ ਵਿੱਚ ਇਹ ਬਹੁਤ ਵੱਡਾ ਅਹਿਮੀਅਤ ਵਾਲਾ ਮੁੱਦਾ ਹੈ। ਔਰ ਇਹ ਬਹਿਸ ਜਿਹੜੀ ਹੁੰਦੀ ਹੈ, ਇਹ ਮੇਰੇ ਖਿਆਲ ਇਕੱਲੀ ਵਕੀਲਾਂ ਤੱਕ ਨਹੀਂ, ਇਕੱਲੇ ਲੀਗਲ ਬੰਦਿਆਂ ਤੱਕ ਨਹੀਂ, ਇਹ ਫਰੀਡਮ ਆਫ ਐਕਸਪ੍ਰੈਸ਼ਨ ਦਾ ਮੁੱਦਾ, ਜਿਹੜੇ ਬੰਦੇ UAPA ਦੇ ਤਹਿਤ ਅੰਦਰ ਬੰਦ ਕੀਤੇ ਜਾ ਰਹੇ ਨੇ, ਜਿਹੜੇ ਬੰਦੇ ਬਿਨਾਂ ਕਿਸੇ ਗੱਲ ਤੋਂ ਇਹੋ ਜਿਹੇ ਤਾਨਾਸ਼ਾਹ ਕਾਨੂੰਨ ਬਣਾ ਕੇ ਤਾਕਤਾਂ ਖੋਹੀਆਂ ਜਾ ਰਹੀਆਂ ਨੇ, ਇਹ ਉਹਨਾਂ ਦਾ ਵੀ ਉੱਡੇ ਹੀ ਵੱਡੇ ਮੁੱਦੇ ਨੇ।
ਪੂਰੀਆਂ ਸੱਥਾਂ ਤੋਂ ਲੈ ਕੇ ਅੱਗੇ ਲੋਕਾਂ ਦੇ ਵਿੱਚ ਡੈਮੋਕ੍ਰੇਸੀ ਦਾ ਇਹ ਬਹੁਤ ਵੱਡਾ ਕੁਐਸਚਨ ਹੈ। ਇਹ 'ਤੇ ਡਿਬੇਟ ਹੋਣੀ ਚਾਹੀਦੀ ਹੈ ਔਰ ਡਿਬੇਟ ਦੇ ਵਿੱਚੋਂ ਜਮਹੂਰੀਅਤ ਹਮੇਸ਼ਾ ਮਜ਼ਬੂਤ ਹੋ ਕੇ ਨਿਕਲਦੀ ਹੈ। ਸ਼ਾਇਦ ਕੰਟੈਂਪਟ ਆਫ ਕੋਰਟ ਦੇ ਵਿੱਚ ਵੀ ਰੀਥਿੰਕ ਕਰਨਾ ਪਵੇ, ਉਸ ਲਾਅ ਨੂੰ ਵੀ ਰੀਥਿੰਕ ਕਰਨਾ ਪਵੇ, ਉਸ ਕਾਨੂੰਨ ਦੇ ਵਿੱਚ ਵੀ ਜੇ ਸੋਧ ਪ੍ਰੋ ਪੀਪਲ ਹੁੰਦੀ ਹੈ ਅੱਗੇ ਨੂੰ ਚੱਲ ਕੇ ਤਾਂ ਇਹ ਚੰਗਾ ਹੋਏਗਾ ਇਸ ਦੇਸ਼ ਦੇ ਵਾਸਤੇ। ਔਰ ਇਹ ਡਿਬੇਟ ਖੁੱਲ੍ਹੀ ਹੈ ਔਰ ਡਿਬੇਟ ਖੋਲ੍ਹਣ ਦੇ ਲਈ ਵੀ ਕਿਸੇ ਨਾ ਕਿਸੇ ਨੂੰ ਸੈਕਰੀਫਾਈਸ ਕਰਨਾ ਪੈਂਦਾ। ਇਹਦੇ 'ਤੇ ਪ੍ਰਸ਼ਾਂਤ ਭੂਸ਼ਣ ਦੇ ਸਟੈਂਡ ਕਰਕੇ ਇੱਕ ਡਿਬੇਟ ਚੱਲ ਰਹੀ ਹੈ ਔਰ ਡਿਬੇਟ ਨੂੰ ਸਵਾਗਤ ਕਰਨਾ ਚਾਹੀਦਾ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਵੱਲੋਂ ਅਦਾਲਤੀ ਮਾਨਹਾਨੀ ਦਾ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਵਿਚਾਰਾਂ ਦੀ ਆਜ਼ਾਦੀ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।